ਹੈਲੋ एवरीवन, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਸਾਨੂੰ ਕਿਸੇ ਵੀ ਕੰਮ ਵਿੱਚ ਫੋਕਸ ਕਰਨ ਵਿੱਚ ਬਹੁਤ ਪ੍ਰੋਬਲਮ ਹੁੰਦੀ ਹੈ। ਇਸੇ ਤਰ੍ਹਾਂ ਹੀ ਜਵਾਨਾ ਜੈਸਟ ਨੂੰ ਵੀ ਆਪਣੀ ਸਟੱਡੀ 'ਚ ਫੋਕਸ ਕਰਨ ਵਿੱਚ ਬਹੁਤ ਪ੍ਰੋਬਲਮ ਹੁੰਦੀ ਸੀ। ਇੱਕ ਦਿਨ ਉਹਨਾਂ ਨੇ ਡਿਸਾਈਡ ਕੀਤਾ ਕਿ ਹੁਣ ਉਹ ਆਪਣਾ ਫੋਕਸ ਤੇ ਕਨਸੈਂਟਰੇਸ਼ਨ ਹੋਰ ਖਰਾਬ ਨਹੀਂ ਹੋਣ ਦੇਣਗੇ ਤੇ ਉਹ ਇਸ ਨੂੰ ਠੀਕ ਕਰਕੇ ਹੀ ਰਹਿਣਗੇ। ਫਿਰ ਕੁਝ ਸਾਲਾਂ ਦੀ ਰਿਸਰਚ 'ਚ ਜਵਾਨਾ ਨੇ ਕੁਝ ਐਦਾਂ ਦੀਆਂ ਟੈਕਨੀਕਸ ਲੱਭੀਆਂ ਜਿਹਦੇ ਨਾਲ ਉਹ ਇੱਕ ਐਵਰੇਜ ਸਟੂਡੈਂਟ ਤੋਂ ਇੱਕ ਸਮਾਰਟ ਤੇ ਫੋਕਸ ਸਟੂਡੈਂਟ ਬਣਨ 'ਚ ਮਦਦ ਮਿਲੀ, ਜਿਹਦੇ ਨਾਲ ਉਹਨਾਂ ਨੇ ਸਿਰਫ ਫੋਕਸ ਨਹੀਂ ਲੇਜ਼ਰ ਸ਼ਾਰਪ ਫੋਕਸ ਡਿਵੈਲਪ ਕੀਤਾ। ਕਿਉਂਕਿ ਅੱਜ ਕੱਲ੍ਹ ਜ਼ਿਆਦਾਤਰ ਲੋਕ ਵੀਕ ਫੋਕਸ ਤੇ ਵੀਕ ਕਨਸੈਂਟਰੇਸ਼ਨ ਕਰਕੇ ਸਟੱਡੀ ਤੇ ਆਪਣੇ ਕੰਮ ਵਿੱਚ ਫੋਕਸ ਨਹੀਂ ਕਰ ਪਾਉਂਦੇ। ਇੱਕ ਪਪੂਲਰ ਸਾਇੰਸ ਮੈਗਜ਼ੀਨ ਦੇ ਅਕੋਰਡਿੰਗ ਅੱਜ ਦੇ ਵਕਤ ਇੱਕ ਅਡਲਟ ਪਰਸਨ 40% ਹੀ ਆਪਣੇ ਦਿਮਾਗ ਫੋਕਸ ਕਰਨ 'ਚ ਇਸਤੇਮਾਲ ਕਰ ਪਾਉਂਦਾ ਹੈ। ਇਸ ਦਾ ਕਾਰਨ ਹੈ ਡਿਸਟਰੈਕਸ਼ਨਸ ਲਾਈਕ ਸੋਸ਼ਲ ਮੀਡੀਆ, ਫੋਨ, ਟੀਵੀ, ਗੇਮਿੰਗ ਗੈਜਟਸ ਐਟਸੈਟਰਾ। ਇਸੇ ਕਰਕੇ ਜਵਾਨਾਂ ਨੇ ਸੋਚਿਆ ਆਪਣੀ ਤਰ੍ਹਾਂ ਦੁਨੀਆ ਭਰ ਦੇ ਸਟੂਡੈਂਟਸ ਤੇ ਲੋਕਾਂ ਦਾ ਫੋਕਸ ਐਂਡ ਕਨਸੈਂਟਰੇਸ਼ਨ ਲੇਜ਼ਰ ਸ਼ਾਰਪ ਬਣਾਉਣ 'ਚ ਉਹਨਾਂ ਦੀ ਹੈਲਪ ਕਰਾਂਗੀ। ਇਸ ਲਈ ਜਵਾਨਾਂ ਨੇ ਲੇਜ਼ਰ ਸ਼ਾਰਪ ਫੋਕਸ ਬੁੱਕ ਲਿਖੀ, ਜਿਹਦੇ ਵਿੱਚ ਉਹਨਾਂ ਨੇ ਪ੍ਰੈਕਟੀਕਲ ਟੈਕਨੀਕਸ ਸ਼ੇਅਰ ਕੀਤੀਆਂ ਜਿਨ੍ਹਾਂ ਨਾਲ ਉਹਨਾਂ ਨੇ ਆਪਣਾ ਫੋਕਸ ਲੇਜ਼ਰ ਸ਼ਾਰਪ ਕੀਤਾ ਹੈ, ਜਿਹਦੇ ਨਾਲ ਹੁਣ ਤੁਸੀਂ ਵੀ ਆਪਣਾ ਫੋਕਸ ਲੇਜ਼ਰ ਸ਼ਾਰਪ ਕਰ ਸਕਦੇ ਹੋ। ਆਜੋ ਹੁਣ ਜਾਣਦੇ ਹਾਂ ਉਹ ਟੈਕਨੀਕਸ। ਵਾਟ ਇਜ਼ ਫੋਕਸ ਐਂਡ ਹਾਊ ਡਜ਼ ਇਟ ਵਰਕ। ਜਵਾਨਾ ਕਹਿੰਦੀ ਹੈ ਸਾਨੂੰ ਸਾਰਿਆਂ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਐਗਜ਼ੈਕਟਲੀ ਫੋਕਸ ਹੁੰਦਾ ਕੀ ਹੈ ਤੇ ਇਹ ਕਿਦਾਂ ਕੰਮ ਕਰਦਾ ਹੈ। ਤੁਸੀਂ ਇੰਟੈਂਸ਼ਨ, ਫੋਕਸ, ਕਨਸੈਂਟਰੇਸ਼ਨ ਵਰਡਸ ਬਹੁਤ ਕਾਮਨਲੀ ਸੁਣੇ ਹੋਣਗੇ। ਇਹ ਵਰਡਸ ਇੱਕ ਦੂਸਰੇ ਨਾਲ ਲਿੰਕ ਹਨ। ਸਾਡੇ ਆਸ-ਪਾਸ ਹੋ ਰਹੀਆਂ ਐਕਟੀਵਿਟੀ ਨਾਲ ਸਾਡਾ ਇੰਟੈਂਸ਼ਨ ਹਮੇਸ਼ਾ ਕਿਸੇ ਇਨਸਾਈਡ ਜਾਂ ਆਊਟਸਾਈਡ ਸਟੈਮੂਲੀ ਦੀ ਤਰਫ ਰਹਿੰਦਾ ਹੀ ਹੈ। ਸਟੈਮੂਲੀ ਮਤਲਬ ਉਹ ਚੀਜ਼ ਜੋ ਸਾਡੇ ਇੰਟੈਂਸ਼ਨ ਨੂੰ ਆਪਣੀ ਤਰਫ ਅਟਰੈਕਟ ਕਰਦੀ ਹੈ ਤੇ ਫੋਕਸ ਦਾ ਮਤਲਬ ਹੋਇਆ ਸਟੈਮੂਲੀ ਦੀ ਤਰਫ ਆਪਣਾ ਧਿਆਨ ਰੱਖ ਪਾਉਣਾ ਤੇ ਕਨਸੈਂਟਰੇਸ਼ਨ ਦਾ ਮਤਲਬ ਹੈ ਆਪਣੇ ਫੋਕਸ ਨੂੰ ਜ਼ਿਆਦਾ ਟਾਈਮ ਤੱਕ ਕਿਸੇ ਇੱਕ ਸਟੈਮੂਲੀ ਤੇ ਰੱਖ ਪਾਉਣਾ। ਫੋਕਸ ਇੱਕ ਪ੍ਰੋਸੈਸ ਹੈ ਜਿਹਦੇ ਬਹੁਤ ਸਾਰੇ ਲੈਵਲ ਹੁੰਦੇ ਹਨ, ਜਿਹਦੇ ਨਾਲ ਅਸੀਂ ਲਰਨ, ਇੰਪਰੂਵ, ਅਡੈਪਟ ਕਰਨਾ ਸਿੱਖਦੇ ਹਾਂ। ਪਰ ਹਰ ਇੱਕ ਪਰਸਨ ਦੀ ਵੀਕਨੈਸ ਡਿਫਰੈਂਟ ਲੈਵਲ ਤੇ ਹੁੰਦੀਆਂ ਨੇ। ਇਸ ਲਈ ਇੱਕ ਸਿੰਗਲ ਟੈਕਨੀਕ ਨਹੀਂ ਹੈ ਜੋ ਹਰ ਪ੍ਰੋਬਲਮ ਨੂੰ ਸੋਲਵ ਕਰ ਸਕੇ। ਇਸੇ ਲਈ ਜੇ ਤੁਸੀਂ ਆਪਣੀ ਮੇਨ ਵੀਕਨੈਸ ਨੂੰ ਲੱਭ ਲੈਂਦੇ ਹੋ ਜਿਹਦੇ ਨਾਲ ਤੁਹਾਡਾ ਫੋਕਸ ਸਭ ਤੋਂ ਜ਼ਿਆਦਾ ਖਰਾਬ ਹੁੰਦਾ ਹੈ ਜਾਂ ਉਹ ਚੀਜ਼ ਜੋ ਤੁਹਾਡੀ ਵੱਡੀ ਵੀਕਨੈਸ ਹੈ, ਤਾਂ ਹੀ ਤੁਸੀਂ ਉਹਨੂੰ ਠੀਕ ਵੀ ਕਰ ਪਾਓਗੇ ਤੇ ਫਿਰ ਹੀ ਤੁਸੀਂ ਫੋਕਸ ਇੰਪਰੂਵ ਕਰ ਸਕਦੇ ਹੋ। ਤੇ ਇਹੀ ਫਿਗਰ ਆਊਟ ਕਰਨਾ ਤੁਹਾਡਾ ਸਭ ਤੋਂ ਪਹਿਲਾ ਅਸਾਈਨਮੈਂਟ ਹੈ। ਨੰਬਰ 2, ਸਪੈਸੀਫਿਕ ਸਿਚੁਏਸ਼ਨ ਐਂਡ ਪ੍ਰੋਬਲਮਸ ਇਨ ਯੂਅਰ ਸਿਸਟਮ। ਫੋਕਸ ਖਰਾਬ ਹੋਣ ਦਾ ਰੀਜ਼ਨ ਹੁੰਦਾ ਹੈ ਸਾਡੇ ਆਟੋਮੈਟਿਕਲੀ ਇੰਟੈਂਸ਼ਨਸ ਦਾ ਡਿਸਟਰਬ ਹੋਣਾ। ਆਟੋਮੈਟਿਕ ਇੰਟੈਂਸ਼ਨਸ ਸਾਡੇ ਆਸ-ਪਾਸ ਹੋ ਰਹੀ ਕਿਸੇ ਵੀ ਐਕਟੀਵਿਟੀ ਨਾਲ ਆਪਣੇ ਆਪ ਡਿਸਟਰਬ ਹੋ ਜਾਂਦਾ ਹੈ, ਜਿਹਦੇ ਨਾਲ ਸਾਡੇ ਦਿਮਾਗ ਨੂੰ ਕੋਈ ਖਤਰਾ ਫੀਲ ਹੋਵੇ। ਤੇ ਇੰਟੈਂਸ਼ਨਲ ਅਟੈਂਸ਼ਨ ਡਿਸਟਰਬ ਹੋਣ ਦਾ ਮਤਲਬ ਹੁੰਦਾ ਹੈ ਜਦੋਂ ਅਸੀਂ ਕਿਸੇ ਰੀਜ਼ਨ ਨਾਲ 10 ਮਿੰਟ ਤੋਂ ਜ਼ਿਆਦਾ ਕਿਸੇ ਟਾਸਕ 'ਤੇ ਧਿਆਨ ਨਾ ਦੇ ਸਕੀਏ ਜਾਂ ਅਸੀਂ ਬਾਰ-ਬਾਰ ਡਿਸਟਰੈਕਟ ਹੋ ਰਹੇ ਹਾਂ। ਆਪਣੇ ਆਪ ਹੀ ਇੰਟੈਂਸ਼ਨਲ ਅਟੈਂਸ਼ਨ ਡਿਸਟਰਬ ਹੁੰਦਾ ਹੈ ਸਾਡੇ ਇਨਵਾਇਰਮੈਂਟ ਜ਼ੋਨ ਤੇ ਸਾਡੇ ਬੋਡੀ ਜ਼ੋਨ, ਮਾਈਂਡ ਜ਼ੋਨ ਦੇ ਇਫੈਕਟ ਹੋਣ ਨਾਲ। ਇਨਵਾਇਰਮੈਂਟ ਜ਼ੋਨ ਸਾਡੇ ਆਸ-ਪਾਸ ਹੋ ਰਹੀ ਹਰ ਐਕਟੀਵਿਟੀ ਦੇ ਨਾਲ ਤੇ ਹੋਰ ਬਹੁਤ ਸਾਰੇ ਫੈਕਟਰਸ ਤੇ ਡਿਪੈਂਡ ਕਰਦਾ ਹੈ, ਜਿੱਦਾਂ ਕਿ ਬਾਹਰ ਦਾ ਵੈਦਰ, ਟੈਂਪਰੇਚਰ। ਤੇ ਬੋਡੀ ਜ਼ੋਨ ਦਾ ਮਤਲਬ ਹੈ ਕਿ ਸਾਡੀ ਬੋਡੀ ਕਿਸ ਸਟੇਟ ਵਿੱਚ ਹੈ, ਬਿਮਾਰ ਹੋਣ ਤੇ ਜਾਂ ਅਨਕੰਫਰਟੇਬਲ ਪੋਜੀਸ਼ਨ 'ਚ ਬੈਠਣਾ। ਸਭ ਕਾਮਨਲੀ ਬੋਡੀ ਜ਼ੋਨ ਦੇ ਪ੍ਰੋਬਲਮ ਹੋਣ ਤੇ ਸਾਡਾ ਮਾਈਂਡ ਜ਼ੋਨ ਸਟ੍ਰੈਸ, ਐਂਜ਼ਾਈਟੀ, ਓਵਰਥਿੰਕਿੰਗ ਦੇ ਫੈਕਟਰ ਨਾਲ ਡਿਸਟਰਬ ਹੁੰਦਾ ਹੈ। ਤੇ ਸਾਨੂੰ ਇਹ ਐਨਾਲਾਈਜ਼ ਕਰਨਾ ਜ਼ਰੂਰੀ ਹੈ ਕਿ ਤੁਸੀਂ ਇਹਨਾਂ ਤਿੰਨਾਂ ਵਿੱਚੋਂ ਕਿਸ ਜ਼ੋਨ ਕਰਕੇ ਫੋਕਸ ਨਹੀਂ ਕਰ ਪਾਉਂਦੇ। ਇਸ ਚੀਜ਼ ਨੂੰ ਸਮਝਣ ਲਈ ਜਵਾਨਾ ਡਿਸਟਰੈਕਸ਼ਨ ਲੌਗ ਨੂੰ ਯੂਜ਼ ਕਰਨ ਦਾ ਸੁਜੈਸ਼ਨ ਦਿੰਦੀ ਹੈ। ਡਿਸਟਰੈਕਸ਼ਨ ਲੌਗ ਦਾ ਮਤਲਬ ਹੈ ਕਿ ਤੁਸੀਂ ਕਦੋਂ ਤੇ ਕਿੱਥੇ ਕਿਸ ਐਕਟੀਵਿਟੀ ਵਿੱਚ ਕਿਸ ਜ਼ੋਨ ਦੇ ਡਿਸਟਰਬ ਹੋਣ ਕਰਕੇ ਆਪਣਾ ਫੋਕਸ ਨਹੀਂ ਕਰ ਪਾਉਂਦੇ। ਤੁਸੀਂ ਇਸ ਚੀਜ਼ ਨੂੰ ਇੱਕ ਰੈਗੂਲਰ ਚਾਰਟ ਵਿੱਚ ਲਿਖ ਲਓ। ਨੰਬਰ 3, ਗੈਟਿੰਗ ਮੋਟੀਵੇਟਡ ਇਜ਼ ਓਵਰਰੇਟਡ। ਇਹ ਤਾਂ ਤੁਸੀਂ ਸੁਣਿਆ ਹੀ ਹੋਊਗਾ ਕਿ ਸਾਨੂੰ ਹਮੇਸ਼ਾ ਮੋਟੀਵੇਟਡ ਰਹਿਣ ਲਈ ਵਧੀਆ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ।
ਐਕਸਰਸਾਈਜ਼ ਜਾਂ ਮੈਡੀਟੇਸ਼ਨ ਕਰਨੀ ਚਾਹੀਦੀ ਹੈ। ਪਰ ਇਹਨਾਂ ਚੀਜ਼ਾਂ ਨਾਲ ਅਸੀਂ ਕੁਝ ਟਾਈਮ ਲਈ ਮੋਟੀਵੇਟ ਰਹਿ ਸਕਦੇ ਹਾਂ। ਕੋਈ ਵੀ ਪਰਸਨ 24 ਆਵਰ ਮੋਟੀਵੇਟਡ ਨਹੀਂ ਰਹਿ ਸਕਦਾ, ਕਿਉਂਕਿ ਸਾਡੇ ਇਮੋਸ਼ਨਸ ਹਰ ਵਕਤ ਬਦਲਦੇ ਰਹਿੰਦੇ ਨੇ। ਜਿੱਦਾਂ ਅਸੀਂ ਕਦੇ ਸੈਡ ਹੁੰਦੇ ਹਾਂ, ਕਦੇ ਸਟ੍ਰੈਸ ਵਿੱਚ ਤੇ ਕਦੇ ਹੈਪੀ। ਤੇ ਜੇ ਤੁਸੀਂ ਸਹੀ ਟ੍ਰਿਕ ਜਾਣਦੇ ਹੋ ਤਾਂ ਤੁਹਾਡੇ ਇਮੋਸ਼ਨਸ ਕਦੇ ਵੀ ਤੁਹਾਡਾ ਫੋਕਸ ਡਿਸਟਰਬ ਨਹੀਂ ਕਰਨਗੇ। ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਇਹ ਮਾਈਂਡ ਸੈੱਟ ਹੀ ਇੱਕ ਸਪੈਸ਼ਲ ਮੋਟੀਵੇਸ਼ਨ ਹੈ। ਤੇ ਹਰ ਜਗ੍ਹਾ ਮੋਟੀਵੇਸ਼ਨ ਲੱਭਣ ਤੋਂ ਚੰਗਾ ਹੈ ਕਿ ਸਾਨੂੰ ਆਪਣੇ ਗੋਲਸ, ਟਾਸਕ, ਰਿਸਪੌਂਸਿਬਿਲਟੀ ਦੀ ਲਿਸਟ ਬਣਾਉਣੀ ਚਾਹੀਦੀ ਹੈ। ਐਗਜ਼ਾਮਪਲ, ਜੇ ਇੱਕ ਮੰਥ ਵਿੱਚ ਇੱਕ ਬੁੱਕ ਪੜ੍ਹਨ ਦਾ ਟਾਸਕ ਹੈ ਤਾਂ ਸਾਨੂੰ ਡਿਸਾਈਡ ਕਰਨਾ ਚਾਹੀਦਾ ਹੈ ਕਿ ਇੱਕ ਦਿਨ ਵਿੱਚ ਕਿੰਨੇ ਪੇਜਸ ਪੜ੍ਹਨੇ ਨੇ, ਕਿਉਂਕਿ ਪੂਰੀ ਬੁੱਕ ਪੜ੍ਹਨ ਨਾਲੋਂ ਡੇਲੀ ਕੁਝ ਪੇਜ ਪੜ੍ਹਨੇ ਘੱਟ ਸਟ੍ਰੈਸਫੁਲ ਲੱਗਦੇ ਨੇ। ਤੇ ਜਿੰਨਾ ਘੱਟ ਸਟ੍ਰੈਸ ਹੋਵੇਗਾ ਓਨਾ ਜ਼ਿਆਦਾ ਫੋਕਸ ਬਣੇਗਾ। ਅਸੀਂ ਇੰਟ੍ਰੈਂਸਿਕ ਤੇ ਐਕਸਟ੍ਰੈਂਸਿਕ ਫੈਕਟਰ ਨਾਲ ਹੀ ਮੋਟੀਵੇਟਡ ਹੁੰਦੇ ਹਾਂ। ਇੰਟ੍ਰੈਂਸਿਕ ਮਤਲਬ ਜੋ ਮੋਟੀਵੇਸ਼ਨ ਸਾਡੇ ਅੰਦਰ ਤੋਂ ਆਉਂਦੀ ਹੈ, ਜਿੱਦਾਂ ਕਿ ਵਿਲ ਪਾਵਰ, ਪੈਸ਼ਨ, ਡਿਜ਼ਾਇਰ ਨਾਲ। ਐਕਸਟ੍ਰੈਂਸਿਕ ਮਤਲਬ ਜਦੋਂ ਸਾਨੂੰ ਕਿਸੇ ਪ੍ਰਾਈਜ਼, ਰਿਵਾਰਡ, ਐਪਰੀਸ਼ੀਏਸ਼ਨ, ਪਨਿਸ਼ਮੈਂਟ ਦੀ ਉਮੀਦ ਹੁੰਦੀ ਹੈ। ਸਾਨੂੰ ਐਕਸਟ੍ਰੈਂਸਿਕ ਤੇ ਇੰਟ੍ਰੈਂਸਿਕ ਦੋਵਾਂ ਨੂੰ ਕੰਬਾਈਨ ਕਰਕੇ ਆਪਣੇ ਆਪ ਨੂੰ ਮੋਟੀਵੇਸ਼ਨ ਰੱਖਣ ਤੋਂ ਜ਼ਿਆਦਾ ਆਪਣੇ ਆਪ ਨੂੰ ਡਿਸਿਪਲਿਨ ਰੱਖਣਾ ਚਾਹੀਦਾ ਹੈ। ਜਿੱਦਾਂ ਕਿ ਅਸੀਂ ਕੋਈ ਟਾਸਕ ਕਰਨਾ ਚਾਹੁੰਦੇ ਹਾਂ, ਨਾਲ ਹੀ ਆਪਣੇ ਆਪ ਨੂੰ ਪੁਸ਼ ਕਰਨ ਲਈ ਰਿਵਾਰਡ ਵੀ ਰੱਖਣਾ ਚਾਹੀਦਾ ਹੈ। ਨੰਬਰ 4, ਬਿਲਡ ਐਨ এনवायरमेंट ਡੈਟ ਫੈਸਿਲਿਟੀਜ਼ ਯੂਅਰ ਫੋਕਸ। ਤੁਹਾਡੇ ਸਰਾਊਂਡਿੰਗ ਵਿੱਚ ਕੁਝ ਵੀ ਹੋਣ ਨਾਲ ਤੁਹਾਡਾ ਮੂਡ, ਸਟੇਟ ਆਫ ਮਾਈਂਡ ਤੇ ਕੰਫਰਟ ਅਫੈਕਟ ਹੁੰਦਾ ਹੈ। ਹਰ ਐਕਟੀਵਿਟੀ ਲਈ ਅਲੱਗ ਕੰਡੀਸ਼ਨ ਚਾਹੀਦੀਆਂ ਹੁੰਦੀਆਂ ਹੈ। ਇਸੇ ਤਰ੍ਹਾਂ ਹੀ ਫੋਕਸ ਕਰਨ ਲਈ ਇੱਕ ਸੂਟੇਬਲ এনवायरमेंट ਮਿਲਣਾ ਬਹੁਤ ਜ਼ਰੂਰੀ ਹੈ। ਤੁਸੀਂ ਕੰਮ ਕਰਦੇ ਹੋਏ ਕੋਈ ਵੀ ਇੱਦਾਂ ਦੇ ਰੂਮ ਵਿੱਚ ਫੋਕਸ ਨਹੀਂ ਕਰ ਪਾਓਗੇ ਜਿਹਦੇ ਵਿੱਚ ਰੌਲਾ ਪੈ ਰਿਹਾ ਹੋਵੇ। ਫੋਕਸ ਕਰਨ ਲਈ ਸਪੇਸ ਇੱਦਾਂ ਦਾ ਹੋਣਾ ਚਾਹੀਦਾ ਹੈ ਜਿੱਥੇ ਕੋਈ ਵੀ ਡਿਸਟਰਬਿੰਗ ਸੈਕਟਰ ਨਾ ਹੋਵੇ ਤੇ ਸਾਡਾ এনवायरमेंट, ਬੋਡੀ ਤੇ ਮਾਈਂਡ ਜ਼ੋਨ ਡਿਸਟਰਬ ਨਾ ਹੋਵੇ। ਤੇ ਸਾਡੀਆਂ ਇੰਪੋਰਟੈਂਟ ਥਿੰਗਸ ਇੱਕ ਹੱਥ ਦੇ ਡਿਸਟੈਂਸ ਤੇ ਹੋਣੀਆਂ ਚਾਹੀਦੀਆਂ ਨੇ। ਤੇ ਸਾਡੇ ਚੇਅਰ, ਬੈਂਚ, ਟੇਬਲ ਐਟਸੈਟਰਾ ਇੱਕ ਕੰਫਰਟੇਬਲ ਪੋਜੀਸ਼ਨ ਵਿੱਚ ਹੋਣੇ ਚਾਹੀਦੇ ਨੇ, ਜਿਹਦੇ ਨਾਲ ਸਾਡੇ ਬੋਡੀ ਤੇ ਕੋਈ ਵੀ ਸਟ੍ਰੈਸ ਨਾ ਪਵੇ ਤੇ ਅਸੀਂ ਫੋਕਸ ਕਰ ਸਕੀਏ। ਨੰਬਰ 5, ਮੈਕਸ ਆਊਟ ਯੂਅਰ ਕੋਗਨੀਟਿਵ ਪਾਵਰਸ। ਸਾਨੂੰ ਜ਼ਿਆਦਾਤਰ ਲੱਗਦਾ ਹੈ ਕਿ ਸਾਡੇ ਦਿਮਾਗ ਦੇ ਕਾਰਨ ਅਸੀਂ ਫੋਕਸ ਨਹੀਂ ਕਰ ਪਾ ਰਹੇ, ਪਰ ਜਵਾਨਾਂ ਕਹਿੰਦੇ ਹਨ ਕਈ ਵਾਰ ਪ੍ਰੋਬਲਮ ਸਾਡਾ ਮਾਈਂਡ ਨਹੀਂ, ਬੋਡੀ ਹੁੰਦੀ ਹੈ। ਬੋਡੀ ਦਾ ਕੰਫਰਟ ਤੇ ਸਹੀ ਸਟੇਟ 'ਚ ਹੋਣਾ ਬਹੁਤ ਜ਼ਰੂਰੀ ਹੈ। ਕੋਈ ਵੀ ਬੋਡੀ ਪੇਨ ਨਾ ਹੋਵੇ। ਜੇ ਬੋਡੀ ਵਿੱਚ ਕੋਈ ਵੀ ਪੇਨ ਜਾਂ ਥਕਾਨ ਹੋਵੇ, ਉਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਦੂਸਰੇ ਜ਼ੋਨ 'ਤੇ ਵੀ ਇਫੈਕਟ ਕਰਦੀ ਹੈ, ਜਿਹਦੇ ਨਾਲ ਫੋਕਸ ਨਾ ਦੇ ਬਰਾਬਰ ਹੋ ਜਾਂਦਾ ਹੈ। ਕੁਝ ਹੋਰ ਫੈਕਟਰ ਵੀ ਹੁੰਦੇ ਨੇ ਜੋ ਸਾਡੀ ਬੋਡੀ ਨੂੰ ਫਿਜ਼ੀਕਲੀ ਇਫੈਕਟ ਕਰਦੇ ਨੇ। ਐਗਜ਼ਾਮਪਲ, ਰੂਮ ਵਿੱਚ ਘੱਟ ਲਾਈਟ ਹੋਣ ਨਾਲ ਸਟ੍ਰੈਸ ਹੋਣਾ, ਐਕਸਟ੍ਰੀਮ ਹੌਟ ਐਂਡ ਕੋਲਡ ਟੈਂਪਰੇਚਰ। ਆਪਣੀ ਬੋਡੀ ਨੂੰ ਸਟ੍ਰੈਸ ਫ੍ਰੀ ਰੱਖਣ ਲਈ ਸਾਡਾ ਪ੍ਰੋਪਰ ਸਲੀਪ ਲੈਣਾ, ਖਾਣਾ ਟਾਈਮ ਦੇ ਨਾਲ ਖਾਣਾ ਤੇ ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਸਾਡੀ એનર્ਜੀ ਲੋ ਨਾ ਹੋਵੇ ਤੇ ਅਸੀਂ ਫੋਕਸ ਕਰ ਸਕੀਏ। ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੀਕ ਕਰਦੇ ਹੋ ਤਾਂ ਦੇਖਣਾ ਕਿ ਤੁਹਾਡਾ ਫੋਕਸ ਕਿੰਨਾ ਬੂਸਟ ਹੁੰਦਾ ਹੈ। ਨੰਬਰ 6, ਮੈਨੇਜ ਯੂਅਰ ਮਾਈਂਡ ਫॉर ਏ ਲੇਜ਼ਰ ਸ਼ਾਰਪ ਫੋਕਸ। ਬੋਡੀ ਦੀ ਤਰ੍ਹਾਂ ਮਾਈਂਡ ਦਾ ਖਿਆਲ ਵੀ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਮਾਈਂਡ ਵਿੱਚ ਕਿਸੇ ਵੀ ਤਰ੍ਹਾਂ ਦਾ ਸਟ੍ਰੈਸ ਫੋਕਸ ਨੂੰ ਬਹੁਤ ਜਲਦੀ ਡਿਸਟਰਬ ਕਰ ਦਿੰਦਾ ਹੈ। ਸਟ੍ਰੈਸ ਮਾਈਂਡ ਦਾ ਸਾਰਿਆਂ ਨਾਲੋਂ ਵੱਡਾ ਰੀਜ਼ਨ ਹੁੰਦਾ ਹੈ ਸਾਡਾ ਇਮੋਸ਼ਨਲ ਸਟੇਟ। ਪੂਰਾ ਦਿਨ ਅਸੀਂ ਡਿਫਰੈਂਟ ਇਮੋਸ਼ਨਸ ਨੂੰ ਫੀਲ ਕਰਦੇ ਹਾਂ ਤੇ ਉਹਨਾਂ 'ਤੇ ਹੀ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਟਾਸਕ 'ਤੇ ਕਿੰਨਾ ਤੇ ਕਿੱਦਾਂ ਫੋਕਸ ਕਰ ਪਾਵਾਂਗੇ। ਆਪਣੇ ਮਾਈਂਡ ਨੂੰ ਠੀਕ ਕਰਨ ਲਈ ਅਸੀਂ ਬਹੁਤ ਛੋਟੀ ਐਕਟੀਵਿਟੀ ਕਰ ਸਕਦੇ ਹਾਂ, ਜਿੱਦਾਂ ਕਿ ਐਕਸਰਸਾਈਜ਼, ਮੈਡੀਟੇਸ਼ਨ, ਕੰਮ ਦੇ ਟਾਈਮ ਤੇ ਬ੍ਰੇਕ ਨੂੰ ਐਡ ਕਰਨਾ ਤੇ ਇੱਕ ਦਿਨ ਲਈ ਲਿਮਿਟਡ ਗੋਲ ਹੀ ਰੱਖਣਾ। ਟਾਸਕ ਦੇ ਵਿੱਚ ਬ੍ਰੇਕ ਲੈਣਾ ਇੱਕ ਮਾਈਂਡ ਰੈਸਟ ਹੈ। ਬ੍ਰੇਕ ਵਿੱਚ ਸਾਨੂੰ ਲਾਈਟ ਐਕਟੀਵਿਟੀ ਕਰਨੀ ਚਾਹੀਦੀ ਹੈ, ਜਿਵੇਂ ਰੂਮ ਵਿੱਚ 5 ਮਿੰਟ ਵਾਕ ਕਰਨਾ। ਕੋਈ ਵੀ ਇੱਦਾਂ ਦੀ ਐਕਟੀਵਿਟੀ ਨਹੀਂ ਕਰਨੀ ਚਾਹੀਦੀ ਜੋ ਸਟਰੋਂਗ ਇਮੋਸ਼ਨਸ ਦੇ ਨਾਲ ਰਿਲੇਟਡ ਹੋਵੇ। ਐਗਜ਼ਾਮਪਲ, ਆਰਗੂਮੈਂਟ, ਕਿਸੇ ਪਰੇਸ਼ਾਨ ਪਰਸਨ ਨਾਲ ਗੱਲ ਕਰਨਾ ਐਟਸੈਟਰਾ।
ਨੰਬਰ 7 ਕ੍ਰੀਏਟ ਅ ਸਿਸਟਮ ਡੈਟ ਵਰਕ ਐਵਰੀ ਟਾਈਮ। ਤੁਸੀਂ ਦੇਖਿਆ ਹੋਵੇਗਾ ਕਿ ਜ਼ਬਾਨਾਂ ਉੱਪਰੋਂ ਗੱਲ ਨਹੀਂ ਕਰਦੀ, ਉਹ ਪ੍ਰੈਕਟੀਕਲ ਤੇ ਡੀਪ ਨੌਲੇਜ ਦਿੰਦੀ ਹੈ। ਕਿਉਂਕਿ ਅੱਜ ਕੱਲ੍ਹ ਦੀ ਫਾਸਟ ਫੋਰਵਰਡ ਲਾਈਫ 'ਚ ਸ਼ਾਰਟ ਟ੍ਰਿਕਸ ਬਹੁਤ ਆਸਾਨੀ ਨਾਲ ਮਿਲ ਜਾਣਗੀਆਂ ਜੋ ਤੁਹਾਨੂੰ ਕੁਝ ਟਾਈਮ ਲਈ ਬਹੁਤ ਹੀ ਇਫੈਕਟਿਵ ਲੱਗਣਗੀਆਂ। ਪਰ ਐਦਾਂ ਹੁੰਦਾ ਨਹੀਂ, ਕਿਉਂਕਿ ਗੋਲ ਤੇ ਟਾਸਕ ਕਦੇ ਵੀ ਟੈਂਪਰੇਰੀ ਨਹੀਂ ਹੁੰਦੇ। ਸਾਡੀ ਪੂਰੀ ਲਾਈਫ ਹੀ ਚੇਨ ਤੇ ਗੋਲਸ ਨਾਲ ਬਣੀ ਹੋਈ ਹੈ। ਇਸ ਲਈ ਸਾਰਿਆਂ ਨੂੰ ਫੋਕਸ ਕਰਨ ਲਈ ਲੌਂਗ ਟਰਮ ਹੈਬਿਟ ਬਣਾਉਣੀ ਚਾਹੀਦੀ ਹੈ ਤੇ ਸਿਸਟਮ ਬਿਲਡ ਕਰਨਾ ਚਾਹੀਦਾ ਹੈ। ਕਿਉਂਕਿ ਜੇਮਸ ਕਲੀਅਰ ਵੀ ਆਪਣੀ ਬੁੱਕ ਐਟੋਮਿਕ ਹੈਬਿਟਸ 'ਚ ਕਹਿੰਦੇ ਹਨ ਕਿ ਸਾਨੂੰ ਹੈਬਿਟਸ ਤੇ ਗੋਲ ਤੋਂ ਜ਼ਿਆਦਾ ਇੱਦਾਂ ਦਾ ਸਿਸਟਮ ਬਿਲਡ ਕਰਨਾ ਚਾਹੀਦਾ ਹੈ ਜੋ ਸਾਡੀ ਹੈਬਿਟਸ ਤੇ ਗੋਲ ਨੂੰ ਸਪੋਰਟ ਕਰੇ। ਬਾਕੀ ਸਭ ਕੁਝ ਆਪਣੇ ਆਪ ਹੀ ਹੋਵੇਗਾ। ਤੇ ਦੋਸਤੋ, ਬਹੁਤ ਐਕਸਪਰਟ ਕਹਿੰਦੇ ਹਨ ਕਿ ਐਟੋਮਿਕ ਹੈਬਿਟਸ ਵਰਲਡ ਦੀ ਬੈਸਟ ਬੁੱਕ ਹੈ ਹੈਬਿਟ ਬਿਲਡ ਕਰਨ ਲਈ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇੱਕ ਸਿਸਟਮ ਬਿਲਡ ਕਰ ਪਾਓ ਜੋ ਤੁਹਾਡੀ ਹੈਬਿਟਸ ਤੇ ਗੋਲਸ ਨੂੰ ਫੋਲੋ ਕਰਨ 'ਚ ਤੁਹਾਡੀ ਹੈਲਪ ਕਰੇ, ਤਾਂ ਵੀਡੀਓ 'ਚ ਦੱਸੀਆਂ ਗਈਆਂ ਗੱਲਾਂ ਨੂੰ ਲਾਈਫ 'ਚ ਇੰਪਲੀਮੈਂਟ ਜ਼ਰੂਰ ਕਰਿਓ। ਤੇ ਵੀਡੀਓ ਪਸੰਦ ਆਈ ਤਾਂ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ।